सो सतगुर माहि समाना एह बाणी जो जियों जाने तिस अंतर रवै हर नामा बाणी गुरु गुरु है बाणी विच बाणी अमृत सारे गुर बाणी कहे सेवक जन मानै परतख गुरु निस्तारै बाणी बिरलो विचारसी जे को गुरमुख होए एह बाणी महापुरख की निज घर वासा होए माली गौड़ा महल्ला पंजवा प्रभ समरथ देव अपार कौन जाने चलत तेरे किछ अंत माही पार रहा एक खिन थाप उथाप दाम काड़ पन करन हार जेत की ना उपार जना प्रभ दान दे दातार हर शरण आयो दास तेरा प्रभ ऊच अगम मुरार कड ले हो औजल बिखम ते जन नानक सद बलिहार हर शरण आयो दास तेरा प्रभ ऊच अवम मुरार कड ले हो औजल बिखम ते जन नानक सद बलिहार। वाहिगुरु जी का खालसा वाहिगुरु जी की फतेह।
इस पावन शब्द की विचार भाई गुरबख्श सिंह जी खन्ने वाले आप जी नूं सरवण करवाउणगे। एक दिन का उन्हां दा साडे पास समा है। आप संगत वालों प्रबंधक सेवादारां वालों उन्हां दा बहुत बहुत धन्यवाद। सोदर दे रहराज साहब जी दे पाठ का समा ऐतवार तो तब्दील होवेगा क्योंकि दिन वड्डे हो रहे हैं। समा होवेगा 6 बजे तो लैके 6:40 तक। जो रोज के प्रेमी हैं उन्होंने बेनती है कि आप जी जरूर नोट कर लेना। गुरु के लंगरां विच जदों दी नोटबंदी हुई है तकरीबन 2 गुना संगतां वधियां हन। सो सब संगतां नूं बेनती है भाई कि आपां लख यतन करिए कि कोई लोड़वंद कोई साडे घर आके प्रशादा छके। शायद ये संभव नहीं हो सकता कि वह साडे घर तक पहुंच सके, पर गुरु के घर विच हर व्यक्ति आस नाल नहीं विश्वास नाल आउंदा है कि मैं भुखा वापस नहीं जावांगा। सो सतगुर की सेवा सफल है जे को करे चित लाए। मन चिंदिया फल पावना हौमै विचों जाए। सतगुरु गुरु नानक साहब महाराज ने आप ये लंगर की मर्यादा सानू बन के दिती है। सो इस महान सेवा दे विच हर घर तो अपना हिस्सा जरूर पाइए। थोड़े तो थोड़ा पाइए, बहुते तो बहुता पाइए। ये सेवा करके सतगुरु जी दियां बख्शिशां दे पात्र बनीए। वाहिगुरु जी का खालसा, वाहिगुरु जी की फतेह। वाहिगुरु 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 साहिब जी। दोए कर जोर मांगो एक दाना। साहिब तुठै पावा। सास सास नानक आराधे। आठ पहर गुण गावा। गुरा एक देह बुझाई। सबना जियां का एक दाता। सो मैं विसर ना जाई। सो मैं विसर ना जाई। वाहिगुरु जी का खालसा, वाहिगुरु जी की फतेह। जुग हो जुग अटल। बाणी दे बोहित चबर छतर तख्त दे मालक। सर्व कला संपूर्ण समर्थ सतगुरु शब्द गुरु। धन 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 साहिब श्री गुरु ग्रंथ साहिब जी दे हजूर अते बाला प्रीतम सतगुरु। धन
ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਦਰ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਦੇ ਪਾਵਨ ਪਵਿੱਤਰ ਦਰ ਤੇ ਜੁੜ ਬੈਠੀ ਸਰਬੱਤ ਸਾਧ ਸੰਗਤ ਜੀ ਅਤੇ ਨਾਲ ਹੀ ਟਾਈਮ ਟੀਵੀ ਰਾਹੀਂ ਆਪਣੇ ਘਰਾਂ ਦੇ ਅੰਦਰ ਬੈਠ ਕੇ ਕੰਮਕਾਰ ਕਰਦਿਆਂ ਹੋਇਆਂ ਦੇਸ਼ ਵਿਦੇਸ਼ ਦੇ ਅੰਦਰ ਸਰਬੱਤ ਸਾਧ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਤਨ ਕਰਕੇ ਮਨ ਕਰਕੇ ਸੁਰਤੀ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜ ਕੇ ਬੜੇ ਪਿਆਰ ਸਤਿਕਾਰ ਨਾਲ ਆਸਾ ਕੀ ਵਾਰ ਧੁਰ ਕੀ ਬਾਣੀ ਦੇ ਪਾਵਨ ਪਵਿੱਤਰ ਕੀਰਤਨ ਸਰਵਣ ਕੀਤੇ ਹਨ। ਇਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਜੋ ਅੰਮ੍ਰਿਤ ਵੇਲੇ ਦੀਵਾਨ ਦੀ ਮਰਿਆਦਾ ਹੈ ਉਸ ਦੇ ਅਨੁਸਾਰ ਗੁਰਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਹੋ ਰਹੀ ਹੈ। ਗੁਰਬਾਣੀ ਦੀ ਲੜੀਵਾਰ ਕਥਾ ਦੇ ਅਨੁਸਾਰ ਆਪ ਜੀ ਨੇ ਪੰਜਵੇਂ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਪਾਵਨ ਪਵਿੱਤਰ ਸ਼ਬਦ ਦਾ ਪਾਠ ਸਿੰਘ ਸਾਹਿਬ ਜੀ ਪਾਸੋਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕੀਤਾ ਹੈ। ਆਓ ਸਤਿਗੁਰੂ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸਤਿਗੁਰੂ ਮਹਾਰਾਜ ਜੀ ਦੇ ਜੋ ਪਾਵਨ ਪਵਿੱਤਰ ਨਿਰਮੋਲਕ ਅੰਮ੍ਰਿਤਮਈ ਬਚਨ ਹਨ ਉਹਨਾਂ ਦੀ ਕਥਾ ਵਿਚਾਰ ਨਾਲ ਜੁੜਨ ਤੋਂ ਪਹਿਲਾਂ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ। ਧਿਆਨ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੋੜੀਏ। ਇਹ ਸਾਡੇ ਵਾਸਤੇ ਬੜਾ ਜ਼ਰੂਰੀ ਹੈ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਵਨ ਪਵਿੱਤਰ ਬਚਨ ਨੇ ਗੁਰ ਸਭਾ ਏਵ ਨਾ ਪਾਈਐ ਨਾ ਨੇੜੇ ਨਾ ਦੂਰ ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਮਨ ਦੀ ਹਾਜ਼ਰੀ ਬੜੀ ਜ਼ਰੂਰੀ ਹੈ। ਜਦੋਂ ਅਸੀਂ ਮਨ ਕਰਕੇ ਸੁਰਤ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜਦੇ ਹਾਂ ਤਾਂ ਹੀ ਸਾਨੂੰ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਨਸੀਬ ਹੁੰਦੀ ਹੈ। ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਤਨ ਕਰਕੇ ਗੁਰੂ ਮਹਾਰਾਜ ਜੀ ਦੇ ਦਰਬਾਰ ਵਿੱਚ ਬੈਠੇ ਹਾਂ। ਮਨ ਕਰਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੀਏ ਤੇ ਬੜੇ ਪਿਆਰ ਸਤਿਕਾਰ ਨਾਲ ਜਪੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਲੀ ਗੌੜਾ ਮਹੱਲਾ ਪੰਜਵਾਂ। ਪ੍ਰਭ ਸਮਰੱਥ ਦੇਵ ਅਪਾਰ ਗੁਰੂ ਗਰੀਬ ਨਿਵਾਜ। ਪੰਜਵੇਂ ਸਤਿਗੁਰੂ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪ੍ਰਭ ਦਾ ਅਰਥ ਹੈ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ। ਜਿਹੜਾ ਹੈ ਤਾਂ ਇੱਕ ਹੈ ਪਰ ਉਹਦੇ ਨਾਮ ਜਿਹੜੇ ਨੇ ਉਹ ਅਨੇਕਾਂ ਨੇ। ਜਿਸ ਦੇ ਨਾਮਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਚਨ ਕੀਤਾ ਸੱਚੇ ਪਾਤਸ਼ਾਹ ਤਵ ਸਰਬ ਨਾਮ ਕਥੇ ਕਵ ਕਰਮ ਨਾਮ ਬਰ ਨਤ ਸੋ ਮਤ। ਮੇਰੇ ਵਾਹਿਗੁਰੂ ਜੀ ਤੁਹਾਡੇ ਭਗਤਾਂ ਨੇ ਤੁਹਾਡੇ ਪਿਆਰਿਆਂ ਨੇ
ਜੋ ਜੋ ਮਾਤ ਲੋਕ ਦੇ ਅੰਦਰ ਤੁਹਾਡੇ ਕਰਮ ਦੇਖ ਲਏ, ਜੋ ਤੁਹਾਡੀਆਂ ਬਖਸ਼ਿਸ਼ਾਂ ਵੇਖ ਲਈਆਂ, ਉਹਨਾਂ ਨੇ ਕਰਮਾਂ ਦੇ ਆਧਾਰਿਤ ਬਖਸ਼ਿਸ਼ਾਂ ਦੇ ਅਨੁਸਾਰ ਤੁਹਾਡੇ ਨਾਮ ਰੱਖ ਦਿੱਤੇ। ਭਗਤਾਂ ਨੇ ਵੇਖਿਆ ਕਿ ਪਰਮਾਤਮਾ ਭਗਤਾਂ ਦੇ ਨਾਲ ਬੜਾ ਪਿਆਰ ਕਰਦਾ ਹੈ, ਨਾਮ ਰੱਖ ਦਿੱਤਾ ਭਗਤ ਵਸ਼ਲ। ਤੁਹਾਡੀ ਬਖਸ਼ਿਸ਼ ਵੇਖੀ ਕਿ ਤੁਸੀਂ ਬੜੇ ਮਿਹਰਬਾਨ ਹੋ, ਤੁਸੀਂ ਬੜੇ ਦਿਆਲੂ ਹੋ। ਤੁਹਾਡੇ ਸਾਹਮਣੇ ਕੋਈ ਪਾਪੀ ਆ ਜਾਏ ਤੇ ਉਹਨੂੰ ਤੁਸੀਂ ਨਫ਼ਰਤ ਨਾਲ ਨਹੀਂ ਵੇਖਦੇ, ਉਹਦੇ ਪ੍ਰਤੀ ਤੁਹਾਡੇ ਹਿਰਦੇ ਦੇ ਅੰਦਰ ਦਵੈਸ਼ ਨਹੀਂ ਆਉਂਦੀ, ਉਹਦੇ ਪ੍ਰਤੀ ਵੀ ਤੁਹਾਡੇ ਅੰਦਰ ਕਰਨਾ ਆਉਂਦੀ ਹੈ ਤੇ ਤੁਸੀਂ ਯਤਨ ਕਰਦੇ ਹੋ ਕਿ ਆਇਆ ਮੇਰੇ ਦਰ ਤੇ ਪਾਪੀ ਬਣ ਕੇ ਆ, ਪਰ ਇਹ ਜਾਏਗਾ ਪਵਿੱਤਰ ਹੋ ਕੇ। ਤੁਹਾਡਾ ਨਾਮ ਜਿਹੜਾ ਹੈ ਉਹ ਪਤਿਤ ਪਾਵਨ ਰੱਖ ਦਿੱਤਾ। ਗਰੀਬਾਂ ਦੇ ਨਾਲ ਪਿਆਰ ਕਰਨ ਵਾਲੇ ਹੋ, ਤੁਹਾਡਾ ਨਾਮ ਜਿਹੜਾ ਗਰੀਬ ਨਵਾਜ ਰੱਖ ਦਿੱਤਾ। ਇਸ ਤਰ੍ਹਾਂ ਉਸ ਪ੍ਰਮਾਤਮਾ ਦੇ ਅਨੇਕਾਂ ਨਾਮ ਨੇ। ਸਤਿਗੁਰੂ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰ ਰਹੇ ਨੇ, ਉਸ ਪ੍ਰਭੂ ਪਰਮਾਤਮਾ ਦਾ ਜਸ ਗਾ ਰਹੇ ਨੇ, ਕਿਉਂਕਿ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਗੁਰੂ ਕੀ ਸੰਗਤ ਵਿੱਚ ਹੋ ਰਿਹਾ ਹੈ। ਗੁਰੂ ਮਹਾਰਾਜ ਜੀ ਆਪ ਗੁਰੂ ਕੀ ਸੰਗਤ ਵਿੱਚ ਬੈਠੇ ਹੋਏ ਨੇ ਤੇ ਸਤਿਗੁਰੂ ਮਹਾਰਾਜ ਜੀ ਨੇ ਆਪ ਧੁਰ ਕੀ ਬਾਣੀ ਦੇ ਅੰਦਰ ਸਤ ਸੰਗਤ ਦੀ ਪਰਿਭਾਸ਼ਾ ਦਰਸਾਈ ਆ ਕਿ ਸਤ ਸੰਗਤ ਕੀ ਆ। ਅਸੀਂ ਕਿਹਨੂੰ ਕਹਾਂਗੇ ਸਤ ਸੰਗਤ ਆ? ਗੁਰੂ ਮਹਾਰਾਜ ਜੀ ਨੇ ਸ਼ਰਤ ਰੱਖੀ ਆ, ਗੁਰੂ ਮਹਾਰਾਜ ਜੀ ਦੀ ਇੱਕ ਕੰਡੀਸ਼ਨ ਆ, ਸਤ ਸੰਗਤ ਕੈਸੀ ਜਾਣੀਏ। ਤੇ ਕੰਡੀਸ਼ਨ ਕੀ ਆ? ਜਿੱਥੇ ਏਕੋ ਨਾਮ ਵਖਾਣੀਏ, ਵਖਾਣੀਏ ਵਿਆਖਿਆ ਕੀਤੀ ਜਾਏ, ਉਹਦਾ ਵਿਸਥਾਰ ਕੀਤਾ ਜਾਏ। ਉਹ ਸਤ ਸੰਗਤ ਹੈ, ਉਹ ਸੱਚੀ ਸੰਗਤ ਹੈ ਜਿੱਥੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਨਾਮ ਆ, ਨਾਮਨਾ ਆ, ਉਹਦੀ ਜਿਹੜੀ ਵਡਿਆਈ ਹੈ, ਉਹਦੀਆਂ ਜਿਹੜੀਆਂ ਬਖਸ਼ਿਸ਼ਾਂ ਨੇ, ਉਹਦੀ ਵਿਆਖਿਆ ਕੀਤੀ ਜਾਏ, ਉਹਦੀ ਵਿਚਾਰ ਕੀਤੀ ਜਾਏ। ਨਹੀਂ ਤੇ ਖਿਆਲ ਕਰਨਾ ਸਾਧ ਸੰਗਤ ਜੀ, ਅਗਰ ਜੇ ਉਪਦੇਸ਼ਕ ਦੇ ਹਿਰਦੇ ਦੇ ਅੰਦਰ ਦਵੈਸ਼ ਆ ਜਾਏ, ਈਰਖਾ ਆ ਜਾਏ, ਜਿਹੜਾ ਧਰਮ ਦਾ ਪ੍ਰਚਾਰ ਆ ਉਹ ਦਵੈਸ਼ ਤੇ ਈਰਖਾ ਦੇ ਅਧੀਨ ਹੋਵੇ ਤੇ ਉੱਥੇ ਸਤ ਸੰਗਤ ਦਾ ਭਾਵ ਨਹੀਂ ਰਹਿੰਦਾ। ਗੁਰੂ ਮਹਾਰਾਜ ਜੀ ਨੇ ਧੁਰ ਕੀ ਬਾਣੀ ਦੇ ਅੰਦਰ ਇੱਕ ਬੜਾ ਪਿਆਰਾ ਬਚਨ ਕੀਤਾ। ਗੁਰੂ ਮਹਾਰਾਜ ਜੀ ਕਹਿ ਰਹੇ ਨੇ ਅਸੀਂ ਬੜੇ ਧਾਰਮਿਕ ਸਥਾਨਾਂ ਤੇ ਗਏ ਆ, ਅਸੀਂ ਤੀਰਥ ਯਾਤਰਾ ਕੀਤੀ ਹੈ, ਉੱਥੇ ਜਿਹੜਾ ਧਰਮ ਦਾ ਉਪਦੇਸ਼ ਕਰਨ ਵਾਲੇ ਸਨ ਜਾਂ ਜਿਹੜੇ ਧਰਮ ਦਾ ਉਪਦੇਸ਼ ਕਰਦੇ ਨੇ, ਜਿਹੜੇ ਬਖਤੇ ਨੇ, ਉਹ ਲੱਗਦਾ ਤਾਂ ਇਸ ਤਰ੍ਹਾਂ ਵੀ ਜਿਸ ਤਰ੍ਹਾਂ ਰੱਬ ਦੀ ਗੱਲ ਕਰ ਰਹੇ ਆ, ਪਰ ਰੱਬ ਦੀ ਗੱਲ ਕਰਨ ਤੋਂ ਪਹਿਲਾਂ ਉਹ ਆਪਣੀ ਹਉਮੈ ਦੀ ਗੱਲ ਕਰਦੇ। ਉਹ ਇਸ ਗੱਲ ਦਾ ਪ੍ਰਗਟਾਵਾ ਕਰਦੇ ਆ ਵੀ ਮੈਂ ਬੜਾ ਵੱਡਾ ਵਿਦਵਾਨ ਹਾਂ, ਮੈਂ 4 ਵੇਦਾਂ ਦਾ ਵਕਤਾ, ਮੇਰੇ ਨਾਲ ਕੋਈ ਗੋਸ਼ਟੀ ਕਰੇ, ਮੇਰੇ ਨਾਲ ਕੋਈ ਵਿਚਾਰ ਕਰੇ, ਜਿਹੜਾ ਜੇ ਮੈਂ ਜਿੱਤ ਜਾਵਾਂ ਤੇ ਮੈਂ ਹੀ ਉਸ ਇਲਾਕੇ ਵਿੱਚ ਵਿਦਵਾਨ ਮੰਨਿਆ ਜਾਵਾਂਗਾ, ਜਿਹੜਾ ਹਾਰ ਗਿਆ ਉਹਨੂੰ ਵਿਦਵਾਨ ਕਹਿਲਾਉਣ ਦਾ ਕੋਈ ਹੱਕ ਨਹੀਂ। ਦੂਸਰੇ ਨੰਬਰ ਤੇ ਗੱਲ ਭਾਵੇਂ ਧਰਮ ਦੀ ਹੋ ਰਹੀ ਹੈ, ਪਰ ਨਿਗਾਹ ਜਿਹੜੀ ਆ ਉਹ ਲੋਭ ਲਾਲਚ ਦੇ ਉੱਪਰ ਆ, ਉਹ ਮਾਇਆ ਦੀ ਮੋਹ ਮਮਤਾ ਦੇ ਉੱਪਰ। ਗੁਰੂ ਮਹਾਰਾਜ ਜੀ ਕਹਿ ਰਹੇ ਨੇ ਇਹ ਅਸੀਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰ ਰਹੇ, ਕੋਈ ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਰ ਰਹੇ, ਇਹ ਅਸੀਂ ਆਪ ਜਿਹੜਾ ਹੈ ਆਪਣੀ ਅੱਖਾਂ ਨਾਲ ਵੇਖਿਆ।
तीर्थ जाओ तो हौ हौ करते, पंडित पूछो तो माया राते। सो स्थान बतावो मीता, जाके हर हर कीर्तन नीता। देखो गुरु महाराज जी ने किड्डा वड्डा सवाल किया, इन्हों ਸਰੋਤਿਆਂ ਨੂੰ, गुरु कीਆਂ संगतां ਨੂੰ। आख्या साध संगत जी, ਲੱਭੋ ਮਾਤ ਲੋਕ ਦੇ ਅੰਦਰ ਹੁਣ ਕੋਈ ਇਹੋ ਜਿਹਾ ਸਥਾਨ ਜਿੱਥੇ ਕੇਵਲ ਸਤ ਸੰਗਤ ਦਾ ਭਾਵ ਹੋਵੇ, ਜਿੱਥੇ ਕੇਵਲ ਪਰਮਾਤਮਾ ਦੇ ਨਾਮ ਦੀ ਵਿਚਾਰ ਹੋਵੇ। ਤੇ ਫਿਰ ਗੁਰੂ ਮਹਾਰਾਜ ਜੀ ਨੇ ਆਵਾਜ਼ ਮਾਰੀ ਹੈ, ਦੁਨੀਆ ਵਾਲਿਓ, ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮਾਤ ਲੋਕ ਦੇ ਅੰਦਰ ਧਰਮਸ਼ਾਲਾ ਬਣਾਈ ਹੈ, ਜਿਹਨੂੰ ਆਪਾਂ ਅੱਜ ਗੁਰੂ ਕਾ ਘਰ ਕਹਿੰਦੇ ਆ, ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਦੇ ਹਜ਼ੂਰ ਹੀ ਇੱਕ ਸਤ ਸੰਗਤ ਦਾ ਭਾਵ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ ਹੈ, ਸਾਧ ਸੰਗ ਹਰ ਕੀਰਤਨ ਗਾਈਐ, ਇਹ ਅਸਥਾਨ ਗੁਰੂ ਤੇ ਪਾਈਐ। ਇਹ ਜ਼ਿੰਮੇਵਾਰੀ ਆ ਧਰਮ ਦਾ ਉਪਦੇਸ਼ ਕਰਨ ਵਾਲੇ ਬਖਤੇ ਦੀ, ਕਿ ਅਗਰ ਮੈਂ ਗੁਰੂ ਕੀ ਸੰਗਤ ਵਿੱਚ ਬੈਠ ਕੇ ਜੇ ਧਰਮ ਦਾ ਉਪਦੇਸ਼ ਕਰ ਰਿਹਾ ਹਾਂ, ਤੇ ਜਿਸ ਮੈਂ ਗੁਰੂ ਕੀ ਸੰਗਤ ਵਿੱਚ ਬੈਠਾ ਹੋਇਆ ਹਾਂ, ਉਥੇ ਸਤ ਸੰਗਤ ਦਾ ਭਾਵ ਬਣਿਆ ਰਹੇ। ਗੁਰੂ ਕੇ ਸਿੱਖ ਪਰਮਾਤਮਾ ਦੀ ਵਡਿਆਈ ਸੁਣਨ ਵਾਸਤੇ ਆਏ ਨੇ, ਪਰਮਾਤਮਾ ਦਾ ਜਿਹੜਾ ਨਾਮ ਨਾ ਆ ਉਹਦਾ ਜਸ ਸਰਵਣ ਕਰਨ ਵਾਸਤੇ ਆਏ ਨੇ। ਤੇ ਮੈਂ ਗੁਰੂ ਕੀਆਂ ਸੰਗਤਾਂ ਦੀ ਸ਼ਰਧਾ ਨੂੰ ਜਿਹੜਾ ਹੈ ਉਹ ਪੂਰਨ ਕਰਾਂ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਸ ਪਰਮਾਤਮਾ ਦੀ ਵਡਿਆਈ ਕਰ ਰਹੇ ਨੇ, ਪ੍ਰਭ ਸਮਰੱਥ। ਸਮਰੱਥ ਦਾ ਅਰਥ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਾਰੀਆਂ ਤਾਕਤਾਂ ਦਾ ਮਾਲਕ ਹੈ। ਉਹਦੀ ਤਾਕਤ ਦਾ ਵੈਸੇ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ, ਪਰ ਉਹਦੀ ਤਾਕਤ ਕਿੰਨੀ ਹੈ, ਉਹਦੀ ਸਮਰੱਥਾ ਕਿੰਨੀ ਹੈ, ਉਹ ਅਸੀਂ ਬ੍ਰਹਿਮੰਡ ਨੂੰ ਦੇਖ ਕੇ ਉਹਦਾ ਅੰਦਾਜ਼ਾ ਲਾ ਸਕਦੇ। ਅੱਜ ਇਸ ਧਰਤੀ ਤੇ ਅਸੀਂ ਆਪਣਾ ਜੀਵਨ ਬਸਰ ਕਰ ਰਹੇ ਹਾਂ, ਇਹ ਧਰਤੀ ਪਰਮਾਤਮਾ ਨੇ ਬਣਾਈ ਤੇ ਇਹ ਇੱਕ ਧਰਤੀ ਨਹੀਂ, ਇਹੋ ਜਿਹੀਆਂ ਧਰਤੀਆਂ ਲੱਖਾਂ ਨੇ, ਬੇਅੰਤ। ਜਿਹੜਾ ਸੂਰਜ ਸਾਨੂੰ ਧੁੱਪ ਦਿੰਦਾ ਹੈ, ਚਾਨਣ ਦਿੰਦਾ ਆ, ਇਹ ਸੂਰਜ ਵੀ ਪਰਮਾਤਮਾ ਨੇ ਬਣਾਇਆ ਤੇ ਇਹ ਵੀ ਸੂਰਜ ਇੱਕ ਨਹੀਂ, ਬੇਅੰਤ ਨੇ। ਜਿਹੜਾ ਚੰਦਰਮਾ ਸਾਨੂੰ ਸੀਤਲਤਾ ਬਖਸ਼ਿਸ਼ ਕਰਦਾ ਹੈ, ਇਹ ਚੰਦਰਮਾ ਵੀ ਪਰਮਾਤਮਾ ਨੇ ਬਣਾਇਆ ਹੋਇਆ ਹੈ ਤੇ ਇਹੋ ਜਿਹੇ ਚੰਦਰਮਾ ਜਿਹੜੇ ਨੇ ਉਹ ਲੱਖਾਂ ਨੇ। ਆ ਜਿਤਨੀ ਗੈਲੈਕਸੀ ਹੈ ਜਿਸ ਨੂੰ ਵਿਗਿਆਨ ਵੇਖ ਰਿਹਾ ਹੈ, ਜਿਹਦੇ ਵਿੱਚ ਬਹੁਤ ਸਾਰੇ ਪਲੈਨਟਸ ਜਿਹੜੇ ਨੇ ਵੇਖੇ ਗਏ ਨੇ, ਇਹ ਸਭ ਕੁਝ ਜੋ ਪਰਮਾਤਮਾ ਨੇ ਬਣਾਇਆ ਹੈ, ਇੱਕ ਅੱਖ ਝਮਕਣ ਜਿਤਨੇ ਸਮੇਂ ਵਿੱਚ ਪਰਮਾਤਮਾ ਨੇ ਬਣਾ ਦਿੱਤਾ ਹੈ। ਇੱਕ ਵਾਰੀ ਪਿਆਰ ਨਾਲ ਜਪੋ, ਸਤਨਾਮ ਸ੍ਰੀ ਵਾਹਿਗੁਰੂ। ਹੁਣ ਅਸੀਂ ਆਪਣੀ ਬੁੱਧੀ ਦੇ ਨਾਲ ਥੋੜੀ ਜਿਹੀ ਵਿਚਾਰ ਕਰੀਏ ਕਿ ਇਹ ਜਿਤਨਾ ਬ੍ਰਹਿਮੰਡ ਆ, ਧਰਤੀਆਂ ਨੇ, ਸਮੁੰਦਰ ਨੇ, ਪਹਾੜ ਆ, ਸੂਰਜ ਆ, ਚੰਦਰਮਾ, ਤਾਰੇ ਆ, ਅਗਰ ਕਿਸੇ ਰਾਜੇ ਮਹਾਰਾਜੇ ਨੇ, ਕਿਸੇ ਸਰਕਾਰ ਨੇ, ਕਿਸੇ ਕੰਪਨੀ ਨੂੰ ਠੇਕਾ ਦੇ ਕੇ ਸਭ ਕੁਝ ਬਣਾਉਣਾ ਹੋਵੇ, ਕਿੰਨਾ ਸਮਾਂ ਲੱਗੇ, ਕਿੰਨੀ ਲੇਬਰ ਲੱਗੇ, ਕੋਈ ਅੰਦਾਜ਼ਾ ਨਹੀਂ। ਪਰ ਵੇਖੋ ਉਸ ਪ੍ਰਭੂ ਪਰਮਾਤਮਾ ਨੇ ਆਪਣੀ ਸਮਰੱਥਾ ਦੇ ਨਾਲ ਇੱਕ ਅੱਖ ਝਮਕਣ ਜਿਤਨੇ ਸਮੇਂ ਦੇ ਅੰਦਰ ਇਹ ਸਭ ਕੁਝ ਬਣਾ ਦਿੱਤਾ ਹੈ। ਇੰਨੀ ਤਾਕਤ ਜਿਹੜੀ ਆ ਉਹ ਸਾਡੇ ਸਨਮੁਖ ਆ ਗਈ, ਅਸੀਂ ਵੇਖ ਲਈ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਇਹਦੇ ਤੋਂ ਵੱਧ ਪਰਮਾਤਮਾ ਕੁਝ ਬਣਾ ਨਹੀਂ ਸਕਦਾ। ਨਹੀਂ, ਉਹ ਇਸ ਤੋਂ ਵੀ 10 ਗੁਣਾ, ਹਜ਼ਾਰਾਂ ਗੁਣਾ ਜ਼ਿਆਦਾ ਵੀ ਜੇ ਪਰਮਾਤਮਾ ਨੇ ਬਣਾਉਣਾ ਹੋਵੇ ਤੇ ਕਿੰਨਾ ਸਮਾਂ ਲੱਗੇਗਾ? ਅੱਖ ਝਮਕਣ ਜਿਤਨਾ ਸਮਾਂ ਹੀ ਲੱਗੇਗਾ। ਦੇਵ ਉਹ ਪਰਮਾਤਮਾ ਪ੍ਰਕਾਸ਼ ਰੂਪ ਹੈ, ਅਪਾਰ ਅਪਰੰਪਰ ਹੈ। ਉਹਦੇ ਪਰਲੇ ਪਾਸੇ ਨੂੰ ਨਾ ਕਿਸੇ ਨੇ ਵੇਖਿਆ ਹੈ ਤੇ ਨਾ ਕਿਸੇ ਨੇ ਵੇਖਣਾ, ਨਾ ਵੇਖਿਆ ਜਾ ਸਕਦਾ ਹੈ।
ਉਹ ਪਰਮਾਤਮਾ ਬੇਅੰਤ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਦਾ, ਨਾ ਉਹਦੇ ਬ੍ਰਹਿਮੰਡ ਦਾ ਅੰਤ ਹੈ, ਨਾ ਹੀ ਉਸਨੇ ਆ ਜਿਹੜਾ ਸਾਡਾ ਪਿੰਡ ਬਣਾਇਆ, ਜਿਹੜਾ ਸਾਡਾ ਸਰੀਰ ਬਣਾਇਆ ਨਾ, ਇਹਦਾ ਵੀ ਅੱਜ ਤੱਕ ਅੰਤ ਨਹੀਂ ਪਾਇਆ ਗਿਆ। ਜਿਵੇਂ ਜਿਵੇਂ ਡਾਕਟਰ ਸਾਡੇ ਸਰੀਰ ਦੀਆਂ ਖੋਜਾਂ ਕਰਦੇ ਨੇ, ਉਹਨਾਂ ਨੂੰ ਸਰੀਰ ਦੇ ਅੰਦਰ ਬਹੁਤ ਕੁਝ ਮਨ ਨੂੰ ਹੈਰਾਨ ਕਰਨ ਵਾਲਾ ਦਿਖਾਈ ਦੇ ਰਿਹਾ ਹੈ। ਬਹੁਤ ਕੁਝ ਸਾਡੇ ਸਰੀਰ ਨੂੰ ਵੇਖਿਆ ਗਿਆ ਹੈ, ਪਰ ਵੇਖ ਕੇ ਇਹ ਨਹੀਂ ਕਿਹਾ ਗਿਆ ਵੀ ਇਹ ਸਰੀਰ ਦਾ ਸਾਰਾ ਅਸੀਂ ਜਿਹੜਾ ਭੇਦ ਪਾ ਲਿਆ, ਨਹੀਂ। ਆ ਵੇਖੋ ਸਾਡਾ ਕਿੱਡਾ ਕੁ ਵੱਡਾ ਸਰੀਰ ਹੈ, ਅੱਜ ਤੱਕ ਇਹਦਾ ਨਹੀਂ ਭੇਦ ਪਾਇਆ। ਨਾ ਉਸ ਦੇ ਬ੍ਰਹਿਮੰਡ ਦਾ ਅੰਤ ਹੈ, ਨਾ ਉਹਦੇ ਬਣਾਏ ਹੋਏ ਸਰੀਰ ਦਾ ਅੰਤ ਹੈ, ਤੇ ਨਾ ਹੀ ਉਸ ਪਰਮਾਤਮਾ ਦੇ ਗੁਣਾਂ ਦਾ ਅੰਤ ਹੈ, ਤੇ ਨਾ ਹੀ ਪਰਮਾਤਮਾ ਦੀਆਂ ਬਖਸ਼ਿਸ਼ਾਂ ਦਾ ਅੰਤ ਹੈ। ਇੱਥੇ ਅਸੀਂ ਜਿਤਨੇ ਵੀ ਗੁਰਮੁਖ ਪਿਆਰੇ ਗੁਰੂ ਮਹਾਰਾਜ ਜੀ ਦੇ ਦਰ ਤੇ ਬੈਠੇ ਹੋਏ ਹਾਂ, ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਪ੍ਰਤੀ ਅਸੀਂ ਇੱਕ ਆਪਣਾ ਇਹੋ ਜਿਹਾ ਭਾਵ ਬਣਾਈਏ, ਕਿਹੋ ਜਿਹੀ ਸ਼ਰਧਾ ਬਣਾਈਏ ਕਿ ਅਸੀਂ ਜੋ ਪਾਰ ਬ੍ਰਹਮ ਪਰਮਾਤਮਾ ਦੇ ਗੁਣਾਂ ਨੂੰ ਗਾਉਂਦੇ ਹਾਂ, ਉਹਦਾ ਅੰਤ ਪਾਉਣ ਵਾਸਤੇ ਨਹੀਂ ਗਾਉਂਦੇ। ਅਸੀਂ ਜੋ ਪਰਮਾਤਮਾ ਦੇ ਗੁਣ ਗਾਉਂਦੇ ਹਾਂ, ਉਹ ਆਪਣੇ ਜੀਵਨ ਦਾ ਆਤਮਿਕ ਆਨੰਦ ਪ੍ਰਾਪਤ ਕਰਨ ਵਾਸਤੇ ਗਾਉਣੇ। ਪਰਮਾਤਮਾ ਦੇ ਗੁਣਾਂ ਨੂੰ ਗਾਈਏ ਤੇ ਆਤਮਿਕ ਆਨੰਦ ਮਿਲਦਾ ਹੈ। ਇਹਦਾ ਮਤਲਬ ਇਹ ਨਹੀਂ ਕਿ ਪਰਮਾਤਮਾ ਦੇ ਗੁਣ ਗਾ ਕੇ ਅਸੀਂ ਉਹਦਾ ਅੰਤ ਪਾ ਲਵਾਂ। ਸਤਿਗੁਰੂ ਮਹਾਰਾਜ ਉਸ ਪਰਮਾਤਮਾ ਦੀ ਵਡਿਆਈ ਕਰਦੇ ਨੇ, ਤੇ ਸਤਿਗੁਰੂ ਮਹਾਰਾਜ ਜੀ ਪਰਮਾਤਮਾ ਦੀ ਵਡਿਆਈ ਕੋਈ ਇੱਕ ਥਾਂ ਤੇ ਨਹੀਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਸਾਡੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ਪਾਠ ਸਾਹਿਬਾਨ, ਉਹ ਹਜ਼ਾਰਾਂ ਵਾਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਵਡਿਆਈ ਕਰਦੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਪਾਰ ਬ੍ਰਹਮ ਪਰਮਾਤਮਾ ਦੀ ਵਡਿਆਈ ਦੀ ਆਪਾਂ ਵਿਚਾਰ ਕਰੀਏ, ਤਾਂ ਭਗਤ ਕਬੀਰ ਜੀ ਮਹਾਰਾਜ ਜੀ ਦੇ ਬੜੇ ਵਿਚਾਰਯੋਗ ਬਚਨ ਨੇ। ਉਹਨਾਂ ਨੇ ਪਾਰ ਬ੍ਰਹਮ ਪਰਮਾਤਮਾ ਦੀ ਵਡਿਆਈ ਕਰਦਿਆਂ ਹੋਇਆਂ ਬਚਨ ਕੀਤੇ ਨੇ, ਪਾਤਸ਼ਾਹ ਤੁਹਾਡੀ ਜਿਹੜੀ ਸਮਰੱਥਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਤੁਹਾਡੀ ਲੀਲਾ ਨੂੰ ਲਖਿਆ ਨਹੀਂ ਜਾ ਸਕਦਾ। ਹੇ ਵਾਹਿਗੁਰੂ ਜੀ, ਤੁਸੀਂ ਏਡੀ ਸਮਰੱਥਾ ਦੇ ਮਾਲਕ ਹੋ, ਜੇ ਤੁਸੀਂ ਚਾਹੋ ਤੇ ਤੁਸੀਂ ਕੀ ਕਰ ਸਕਦੇ ਹੋ। ਭਗਤ ਕਬੀਰ ਜੀ ਮਹਾਰਾਜ ਜੀ ਬਚਨ ਕਰਦੇ ਨੇ, ਮੇਰੇ ਵਾਹਿਗੁਰੂ ਜੇ ਤੁਸੀਂ ਚਾਹੋ ਤਾਂ ਤੁਸੀਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾਵੇ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ, ਭੇਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਤ ਕਰਬੋ, ਪੰਡਤ ਤੇ ਮੁਗਧਾਰੀ। ਇੱਕ ਵਾਰੀ ਪਿਆਰ ਨਾਲ ਜਪੀਏ ਸਤਨਾਮ ਸ੍ਰੀ ਵਾਹਿਗੁਰੂ। ਭਗਤ ਕਬੀਰ ਜੀ ਮਹਾਰਾਜ ਜੀ ਦੇ ਬਚਨਾਂ ਦਾ ਭਾਵ ਕੋਈ ਬਹੁਤਾ ਮਹਿੰਗਾ ਨਹੀਂ ਹੈ, ਵਿਖਮ ਨਹੀਂ ਹੈ। ਪਾਠ ਸੁਣ ਕੇ ਆਪ ਜੀ ਨੇ ਸਮਝ ਲਿਆ ਹੋਵੇਗਾ, ਫਿਰ ਵੀ ਆਪਾਂ ਥੋੜੇ ਜਿਹੇ ਅੱਖਰੀ ਅਰਥ ਵਿਚਾਰ ਲਈਏ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਬ ਤੇ ਮੇਰ ਕਰਾ। ਜਿੱਥੇ ਸਾਨੂੰ ਜਲ ਹੀ ਜਲ ਦਿਖਾਈ ਦੇ ਰਿਹਾ, ਭਾਵ ਜਿੱਥੇ ਸਮੁੰਦਰ ਆ, ਪਰਮਾਤਮਾ ਉੱਥੇ ਮਾਰੂਥਲ ਬਣਾ ਸਕਦਾ, ਪਰਮਾਤਮਾ ਉੱਥੇ ਸਮੇਰ ਪਰਬਤ ਬਣਾ ਸਕਦਾ। ਜਿੱਥੇ ਅੱਜ ਸਾਨੂੰ ਪਰਬਤ ਦਿਖਾਈ ਦੇ ਰਹੇ ਆ, ਪਰਮਾਤਮਾ ਉੱਥੇ ਇੱਕ ਅੱਖ ਝਮਕਣ ਜਿਤਨੇ ਸਮੇਂ ਦੇ ਅੰਦਰ ਸਮੁੰਦਰ ਬਣਾ ਸਕਦਾ। ਉਹ ਪਰਮਾਤਮਾ ਦੀ ਕਿਰਪਾ ਹੋਵੇ, ਇੱਕ ਭਿਖਾਰੀ ਨੂੰ ਰਾਜ ਭਾਗ ਤੇ ਬਿਠਾ ਸਕਦਾ ਹੈ, ਤੇ ਜਿਹੜਾ ਰਾਜ ਭਾਗ ਦਾ ਮਾਲਕ ਹੈ ਉਹਨੂੰ ਭਿਖਾਰੀ ਬਣਾ ਸਕਦਾ। ਉਹਦੀ ਕਿਰਪਾ ਦੇ ਨਾਲ
खल मूर्ख ते पंडित करबो पंडित ते मुगधारी। इत्थे दास एक छोटी जी बेनती करे। देखो भगत कबीर जी महाराज उस अकाल पुरख वाहिगुरू की वडियाई करते आ ते कोई शंका नहीं, असी सी झुका के मनते हैं। पर गुरमुख प्यारे एक साडे वास्ते बड़ा विचारन वाला नुकता आ। अकाल पुरख वाहिगुरू की वडियाई आपां प्रवान करते हैं, पर अकाल पुरख वाहिगुरू जी का जिहड़ा सरगुण स्वरूप आ सच्चा सतगुरु आप नरैण कला धार जग मह परवरियो निरंकार आकार जोत जग मंडल करियो धरन गगन नवखंड मह जोत स्वरूपी रहो भर भन मथरा कछ भेद नहीं गुर अर्जन पर तख हार। गुर अर्जन पर तख हार। गुरु अर्जन देव साहब जी महाराज अकाल पुरख वाहिगुरू जी का प्रतख सरगुण स्वरूप आ। गुरु अर्जन देव साहब जी महाराज जी के दर्शन अकाल पुरख वाहिगुरू के प्रतख तौर पर दर्शन है। हुण सतगुरु महाराज जी जदों ऐसियां बख्शिशां करते हैं तो कई बार मनमुख जिहड़ा भरम भुलेखे विच पै जांदा है। मनमुख का विश्वास टुट जाता है, मनमुख का भरोसा टुट जाता है। कई बार जदों इहो जे मनमुखां दे बचन सुणीदे सी ना ते मन विच बड़ा इतराज होना, मन दे विच गिला भी पैदा होना भी ये बचन क्यों हो रहे। पर जदों आपां बाणी पढ़दे आ सारे मसले हल हो जाते। जदों आपां बाणी पढ़दे आ ते एक गुरु रामदास साहब जी महाराज जी ने बचन किया है, बड़े प्यार नाल सरवण करना। गुरु रामदास साहब जी महाराज जी भी परमात्मा की वडियाई करते हैं। कहते हे सच्चे पातशाह भगतां दी सदा तू रखदा हर जीओ धुर तू रखदा आया प्रहलाद जन तुद राख ले हर जीओ हरनाक शुमार पचाया। हुण अगला बचन सुनिया गुरु महाराज जी कहन हे वाहिगुरू जी गुरमुखां नूं प्रतीत है हर जीओ मन मुख भरम भुलाया। यह गल गुरु रामदास साहब जी महाराज जी के समय तो गुरमुख प्यारियां नूं अपने गुरु ते भरोसा है। जिहड़े मनमुख आ वो भरम भुलेखिਆਂ ਦੇ ਵਿੱਚ पै जाते। असीं विचार कर रहे सी कि परमात्मा जदों किरपा करदा है खल मूर्ख ते पंडित कर मूर्ख नूं पंडित बना देंदे। बलिहार जाइए बाला प्रीतम सतगुरु गुरु हरकृष्ण साहब जी महाराज जी जो भगत कबीर जी महाराज जी ने परमात्मा की वडियाई की। सतगुरु गुरु हरकृष्ण साहब जी महाराज जी ने पंजोखरा साहब की पावन पवित्र धरती ते उस अकाल पुरख वाहिगुरू की बख्शिश नूं प्रगट किया। प्रगट कोई दुनियादार ये ना कह सके कि भगत कबीर जी महाराज जी ने कहता दिता, पर दुनिया के अंदर दिखाई तो देंदी नहीं परमात्मा की कोई ऐसी बख्शिश। तो गुरु हरकृष्ण साहब जी महाराज जी ने भाई छज्जू जी के सिर ते अपना मेहर भरिया हाथ रख के, वो अनपढ़ सी वो कमला रमला सी, मेरे सतगुरु जी ने उहदे तो गीता के श्लोकां दे अर्थ करवा के जिहड़ा पंडित दा मान ते अहंकार सी उहनूं तोड़ दिता। खल मूर्ख ते पंडित करबो पंडित ते मुगधारी। ओ वाहिगुरू जे चाहे ते एक विद्वान नूं जिहड़ा है वह भी मूर्ख बना सकता है। ये परमात्मा दी एक वडियाई है, एक परमात्मा दी लीला है जिसदा असी अल्पग जीव अंत नहीं पा सकते। सतगुरु महाराज अगली पंक्ति के अंदर वचन करते हैं, कौन जाने चलत तेरे किश अंत नाही पार रहा।
चलत का अर्थ है कौतक। हे मेरे वाहिगुरु जी, ये जिहड़े तुहाडे कौतक ने, ये जिहड़ियां तुहाडीआं बख्शिशां ने, इन्हां दा कोई अंत नहीं पा सकता। तुहाडी किरपा दे नाल, तुहाडी बख्शिश दे नाल एक जिहड़ा इहो जिहा मनुख है ना, जिन्हों सारी दुनिया नफरत करती है, कहते परां हो के बह जा यार, मैं भरिष्टिया जावांगा। भाव एक नीवी जात वाले बंदे दे नाल नफरत करनी। भगत रविदास जी ने बड़े प्यारे बचन कीते ने ते वडियाई कीती है उस पार ब्रह्म परमात्मा। वो कह रहे ने, हे मेरे वाहिगुरु, हे मेरे मालक, ऐसी लाल तुझ बिन कौन करे, गरीब नवाज गुसैया मेरा माथे छतर तरे, जा की शोत जगत को लागे ता पर तू ही ढले, नीचे ऊंच करे मेरा गोबिंद काहू ते ना डरे, नाम देव कबीर तलोचन सदना सैन करे, कहे रविदास सुनो रे संतो, हार जियो ते सब ऐसा। उस पार ब्रह्म परमात्मा ने किसे अपने भगत दे नाल जात पात करके वितकरा नहीं किया। इसे करके मेरे सतगुरु गुरु नानक देव साहब जी महाराज जी ने यह जिहड़ा समाज का कोड़ सी ना, जिहड़ा समाज के अंदर जात पात की नफरत का कोड़ सी, इनू समाज दे विचों दूर कर दिता। यह गुरु नानक देव साहब जी महाराज जी का 15वीं सदी का एक बहुत बड़ा रेवोल्यूशन है। हो सकता सी ना समझ सकीए, पर मैकालफ जी जो गुरु नानक देव साहब जी की हिस्टरी पढ़ते हैं तो वह गुरु नानक देव साहब जी का यह रेवोल्यूशन वेख के ही गुरु नानक पातशाह जी की वडियाई करते हुए ये वचन लिखते हैं कि गुरु नानकवाद, ये गुरु नानकवाद रेवोल्यूशनरी गुरु, कि गुरु नानक देव साहब जी महाराज दुनिया के अंदर एक क्रांतिकारी गुरु ने। असी भी अपने जीवन के अंदर जात पात का वितकरा देखा होगा, पर वेखो गुरु नानक देव साहब जी महाराज जी की कृपा, उन्हों की तस्वीर देखो। ये गुरु नानक पातशाह जी ने आप सब कुछ किया। वो जिथे बैठे ने उन्हों दे एक पासे भाई बाला, हुण दास दो हाथ जोड़ के बेनती करे, जिस जात पात दे वितकरे नूं खत्म करन दी मैं विचार कर रहा हां, उस जात पात दे वितकरे नूं खत्म करदियां होया मैं ये जात दा ना अखौती जातां दे नाम लै रहा, नहीं तो गुरु के हजूर ये जातां पातां दे नाम लैणे शोभदे नहीं। गुरु नानक देव साहब जी महाराज बैठे हुए हैं, उन्हां दे सज्जे हथ भाई बाला जी जट बैठे हुए हैं, ते उन्हां दे खब्बे पासे भाई साहब भाई मरदाना जी मरासी जात दे बैठे हुए। यह किड्डा वड्डा रेवोल्यूशन है। गुरु नानक देव साहब जी महाराज जी का यह रेवोल्यूशन जिन्हां मन मुखां की समझ विच नहीं आया, उन्होंने गुरु नानक पातशाह जी नूं कराहिया, उन्होंने गुरु नानक पातशाह जी नूं भूतना, उन्होंने गुरु नानक पातशाह जी नूं बेताला कहा। यह सतगुरु महाराज जी की एक बहुत वड्डी वडियाई है। यह वडियाई अकाल पुरख वाहिगुरू जी के घर विचों गुरु नानक देव साहब जी महाराज जी नूं नसीब हुई है। बाबा पहंदा सचखंड नौ निध नाम गरीबी पाई। उस गरीबी के अंदर यह भी एक गुण है कि गुरु नानक देव साहब जी महाराज किसी दे नाल वितकरा नहीं करते। ये गुरु नानक देव साहब जी दियां वडियाइयां ने, ये अकाल पुरख वाहिगुरू जी दियां वडियाइयां ने, जिन्हां दा कोई पारावार नहीं है। एक खिनह था प्यो थापदा काड़ भन करने हार,
उस पार ब्रह्म परमात्मा ने ही आ साडे शरीर की सिरजना की। उस परमात्मा ने साडे शरीर का वजूद बनाया, जिहड़ा असी मात लोक विच आए हैं ना, जिहड़ा सानू जन्म नसीब होया है, ये जन्म सानू तां ही नसीब होया है कि अकाल पुरख वाहिगुरू जी ने साडे जन्म तो पहला, जन्म साडा तां होया जदों साडा शरीर घड़िया गया, जदों साडा शरीर सवारिया गया, जदों परमात्मा ने साडी माता दे पेट विच साडा वजूद बनाउणा शुरू किया, तो उस परमात्मा ने साडे ते बड़ी अपार कृपा की। उस परमात्मा ने जिहड़ी साडे ते अपार कृपा की है, ਇਹਦਾ ज्ञान केवल ते केवल साहब श्री गुरु ग्रंथ साहिब जी महाराज दुनिया को बख्शिश कर दे। वो ज्ञान ये है कि माता के उदर में प्रतिपाल करे सो क्यों मनो विसारिए, मनो क्यों विसारिए एवड़ दाता जे आगन में आहर पहुंचा। उस प्रभु परमात्मा ने ਜਿਹੜੀ माता दे पेट दे विच आग्या ना, ਜਿਹੜਾ सेक आ ਜਿਹਦੇ ਨਾਲ साडा खाधा होया भोजन पचदा आ, उस सेक तो उस प्रभु परमात्मा ने साडी रखिया कीती है। प्रतिपाल माता उधर राखे लगन देत ना सेक, सोई स्वामी इहा राखे बूझ बुद्ध विवेक। उस परमात्मा ने साडी रखिया किवें कीती, मात गर्भ में आपन सिमरन दे तह तुम राखन हारे, पावक सागर था लहर में तार हो तार नहारे। गुरमुख प्यारिओ, अज असी विज्ञान की गल करते हैं, साइंस की गल करते हैं। विज्ञान साइंस गुरु नानक पातशाह जी के ज्ञान नालों हज़ारां साल पिछे। जिस समय गुरु नानक देव साहब जी महाराज जी ने पाताला पाताल लख आगाशा आगाश ये विज्ञानक वचन किया सी, उस वेले दुनिया केवल 14 ही तबक मानती सी। उस वेले तो कुछ रिलीजियस जिहड़े आ वो इस गल नूं मनदे सन कि आ जिहड़ी धरती आ इहनूं एक बल्द ने अपने सिंग दे उपर चुकिया होया। ते वेखो अज जिहड़ा सब कुछ झूठा हो गया, पर गुरु नानक देव साहब जी महाराज ने जिहड़ा वचन कीता सी, पाताला पाताल लख आगाशा आगाश, गुरु नानक पातशाह जी के चरणों ते वड्डे वड्डे विज्ञानी झुकदे। ये वचन मैं क्यों कीते आ? ये वचन करन दा मेरा भाव ये सी कि असी गुरु महाराज जी के वचन पढ़ते हैं, मात गर्भ में आपन सिमरन दे तह तुम राखन हारे। जदों बच्चा माता के पेट विच पलदा आ, उहदा एक्सरा किया जाता है, स्कैनिंग हुंदी है, MRI हुंदी है, बच्चा तंदुरुस्त आ, बच्चे नूं कोई रोग आ, माता के पेट विच उहदा इलाज किया जाता, किसी विटामिन की लोड़ आ वो दिते जाते ने माता के खुराक की राही। पर गुरमुख प्यारिओ, कि अज दे समय दे अंदर कोई इहो जी रिपोर्ट है जिहड़ी ये गल दसे कि माता के पेट विच बच्चा जिहड़ा परमात्मा के नाम का सिमरन करदा है? जे हुण विज्ञान की रिपोर्ट कोई ऐसी नहीं तो यदा मतलब ये नहीं कि गुरु महाराज जी के वचनों ते साडा भरोसा ना रहे। जे अज रिपोर्ट नहीं तो आने वाले समय के अंदर भी किसी वेले विज्ञान की रिपोर्ट होगी कि बच्चा माता के पेट में उस परमात्मा के नाम का सिमरन करदा, नाम दे सिमरन करके उस परमात्मा ने जदों साडा वजूद एक कूड़ा जिहा माया का लोथड़ा सी, परमात्मा ने इस माया के लोथड़े की रखिया की,
फिर सहजे सहजे उस मांस के टुकड़े दे विचों ये साडे हथ पैर बने ते परमात्मा ने 9 महीनों के दरम्यान सानू जन्म दिता है। वेखो गुरु अर्जन देव साहब जी महाराज साडे ते किरपा करते ने। वो कहते बंदिया उस परमात्मा नू भुला के अपने जीवन के अंदर परमात्मा के प्रति अकिरत घना ते निर्गुणा ना बन। निर्गुणियार ए आन्या सो प्रभ सदा संभाल जिन किया ते सचीत रख नानक निभहीना। जिस परमात्मा ने तेनू कीता है, जिस परमात्मा ने तेनू बनाया है, उस परमात्मा दे नाम दी संभाल कर। गुरु महाराज जी कृपा कर रहे हैं कि उस परमात्मा ने जिहड़ा ये साडा सुंदर शरीर बनाया है ते बना के ये शरीर नू जदों खत्म करदा है ते अख झमकन जितने समय दे अंदर कहाँ बिसासा इस भांडे का इतना क लागे ठणका। कोई समा सी जदों साडे घरां दे अंदर मिट्टी दे भांडे वरते जांदे सन। समा आएगा विज्ञान दसेगा कि मिट्टी दे भांडे वरतो, मिट्टी दे भांडे वरतन दे नाल बीमारियां घट लगदियां ने। ऐसे विचार सामने सहजे सहजे आ रहे हैं, पर मैं आप जी दे नाल केवल धर्म की विचार करनी है कि एक मिट्टी का भांडा वो आ जिहड़ा अजे धुप नाल सुकाया गया है, उन्होंने अग दे नाल पकाया नहीं गया। जिहड़ा भांडा अजे धुप दे नाल सुकाया गया है ना, उन्होंने थोड़ा जिहा भी ठनका लग जाए ते वो भांडा टुट जाता है। ते गुरु महाराज जी ने भला इत्थे किहड़े भांडे की गल की? वो तो प्रमाण आ, वो उदाहरण आ, वो एग्जाम्पल आ। पर गुरु महाराज जी ने ऐस मिट्टी रूपी भांडे की गल की कि इनू मौत का जदों थोड़ा जिहा भी ठनका लगा ते इन्हें टुट जाना है। ते तू मान किहड़ी गल दा करदा है? किहड़ी गल दा हंकार करदा है? क्यों एडे वड्डे वड्डे तू सुपने लै रहा है? वड्डे वड्डे सुपने लैके तू परमात्मा दे नाम नू भुला दिता है। ते गुरु महाराज जी कह रहे ने कि वो जिहड़ी मौत दा समा है उहदा कोई पता नहीं। इस करके प्यारिया अपने जीवन दे अंदर उस मौत दे आउण तो पहला पहला जिहड़ा तेरे जीवन दा मनोरथ है ना, प्राणी तू आया लाहा लैन लगा के तुक फकड़े सा मुकदी चली रैन। भाई प्राप्त मानुख दे हुरिया गोविंद मिलन की यह तेरी बरी